ਅਭੁੱਲ ਜਾਦਾਂ ਭਾਗ ਪੰਜਵਾਂ ਗਿਆਨੀ ਸੋਹਣ ਸਿੰਘ ਸੀਤਲ। ਜ਼ਿੰਦਗੀ ਦਾ ਸਭ ਤੋਂ ਮਾਤਮੀ ਦਿਨ ਸਵੈ ਭਰੋਸਾ, ਕਦੇ ਰਾਤ ਬੀਤੇਗੀ ਹੀ ਇਹ ਵੈਰੀ ਮਿੱਤਰ ਸਭ ਕੀਤਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਦਾ ਸਭ ਤੋਂ ਮਾਤਮੀ ਦਿਨ ਮੇਰੇ ਪਿਤਾ ਜੀ ਸਰਦਾਰ ਖੁਸ਼ਹਾਲ ਸਿੰਘ ਜੀ ਸੋਮਵਾਰ 8 ਭਾਦਰੋਂ 1988 ਬਿਕਰਮੀ 28 ਅਗਸਤ 1931 ਈਸਵੀ ਨੂੰ ਪਹਿਰ ਦੇ ਤੜਕੇ ਸੁਰਗਵਾਸ ਹੋ ਗਏ। ਉਸ ਵੇਲੇ ਉਹਨਾਂ ਦੀ ਉਮਰ ਲਗਭਗ 75 ਸਾਲ ਦੀ ਸੀ। ਜ਼ਿੰਦਗੀ ਦੇ ਆਖਰੀ 20 ਕੁ ਦਿਨ ਉਹਨਾਂ ਮੰਜੇ ਤੇ ਹੀ ਗੁਜ਼ਾਰੇ, ਪਰ ਉਹਨਾਂ ਦੀ ਸੁਰਤ ਉਸ ਵੇਲੇ ਵੀ ਕੰਮ ਵਿੱਚ ਹੀ ਸੀ। ਇੱਕ ਦਿਨ ਕਹਿਣ ਲੱਗੇ, ਇੱਕ ਵਾਰ ਪੁੱਤਰ ਨੂੰ ਖਾਲ ਕੇ ਦੇ ਜਾਂਦਾ ਤਾਂ ਚੰਗਾ ਸੀ, ਪਰ ਬਾਬਾ ਹੁਣ ਉਹਨੂੰ ਸਿਰ ਪਈਆਂ ਨਿਭਾਉਣੀਆਂ ਹੀ ਪੈਣਗੀਆਂ। ਸ਼ੁੱਕਰਵਾਰ 30 ਸਾਵਣ 1988 ਬਿਕਰਮੀ 14 ਅਗਸਤ 1931 ਈਸਵੀ ਨੂੰ ਸਾਡੇ ਘਰ ਦੂਸਰੇ ਲੜਕੇ ਸੁਰਜੀਤ ਸਿੰਘ ਦਾ ਜਨਮ ਹੋਇਆ। ਰਾਤ ਅਜੇ ਥੋੜੀ ਹੀ ਗਈ ਸੀ। ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੂੰ ਜ਼ਰਾ ਕੁ ਹਿਲਾ ਕੇ ਕਿਹਾ, ਜੀ ਵਧਾਈਆਂ, ਗੁਰੂ ਮਹਾਰਾਜ ਦੀ ਕਿਰਪਾ, ਗੁਰੂ ਮਹਾਰਾਜ ਨੇ ਜੋੜੀ ਰਲਾਈ ਏ, ਪੋਤਰਾ ਹੋਇਆ ਜੀ। ਅੱਛਾ, ਮੇਰੇ ਪਿਤਾ ਜੀ ਦੇ ਝੁਰੜੀਆਂ ਭਰੇ ਚਿਹਰੇ ਤੇ ਰੌਣਕ ਆ ਗਈ। ਉਹਨਾਂ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ, ਗੁਰੂ ਮਹਾਰਾਜ ਬਖਸ਼ੇ ਨੇ ਤਾਂ ਜਿਉਣੇ ਜਾਗਣੇ ਹੋਣ, ਸਭ ਤੇਰੀ ਕਿਰਪਾ ਏ। ਕੁਛ ਚਿਰ ਪਿੱਛੋਂ ਮੇਰੇ ਮਾਤਾ ਜੀ ਦਾ ਹੱਥ ਫੜ ਕੇ ਕਹਿਣ ਲੱਗੇ, ਕਿਸੇ ਦਿਨ ਇਸ ਘਰ ਵਿੱਚ ਬੰਦਿਆਂ ਦੀ ਗਹਿਮਾ ਗਹਿਮੀ ਹੋਵੇਗੀ, ਪਰ ਆਪਾਂ ਨਹੀਂ ਹੋਵਾਂਗੇ। ਮੇਰੇ ਮਾਤਾ ਜੀ ਦੇ ਚਿਹਰੇ ਤੇ ਕਦੇ ਖੁਸ਼ੀ ਝਲਕਦੀ ਸੀ ਤੇ ਕਦੇ ਉਦਾਸੀ। ਪਿਤਾ ਜੀ ਦੇ ਨਵੇਂ ਨਰੋਏ ਉੱਠਣ ਦੀ ਕੋਈ ਆਸ ਨਹੀਂ ਸੀ। ਕੁਝ ਸਮੇਂ ਪਿੱਛੋਂ ਉਹ ਫਿਰ ਬੋਲੇ, ਨੈਣੋ ਦੀ ਮਾਂ, ਮੇਰੀ ਸਭ ਤੋਂ ਵੱਡੀ ਭੈਣ ਦਾ ਨਾਮ ਨਰੈਣ ਕੌਰ ਸੀ। ਉਹ ਕਾਫੀ ਸਮਾਂ ਪਹਿਲਾਂ ਇੱਕ ਲੜਕਾ ਛੱਡ ਕੇ ਗੁਜ਼ਰ ਚੁੱਕੀ ਸੀ। ਪਲੇਠੀ ਦੀ ਅੰਸ਼ ਹੋਣ ਕਰਕੇ ਪਿਤਾ ਜੀ ਸਦਾ ਉਸੇ ਦਾ ਨਾਮ ਲਿਆ ਕਰਦੇ ਸਨ। ਇੱਕ ਵਾਰ ਇਸ ਘਰ ਵਿੱਚ ਫੇਰ ਜੰਮਣਾ ਹੈ, ਗੁਰੂ ਆਸ ਪੂਰੀ ਕਰੇ, ਇਹ ਆਖਰੀ ਸ਼ਬਦ ਸਨ ਜੋ ਪਿਤਾ ਜੀ ਨੇ ਕਹੇ। ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਸਾਰੀ ਉਮਰ ਪਿਤਾ ਜੀ ਨੂੰ ਇੱਕ ਦਿਨ ਵੀ ਸੁੱਖ ਦਾ ਸਾਹ ਨਸੀਬ ਨਹੀਂ ਸੀ ਹੋਇਆ। ਹੱਡ ਭੰਨਵੀਂ ਕਾਰ ਤੇ ਫਿਰ ਸ਼ਰੀਕਾਂ ਵੱਲੋਂ ਆਏ ਦਿਨ ਨਵੀਆਂ ਤੋਂ ਨਵੀਆਂ ਮੁਸੀਬਤਾਂ, ਫਿਰ ਵੀ ਉਹਨਾਂ ਦੀ ਖਾਹਿਸ਼ ਉਸੇ ਘਰ ਵਿੱਚ ਇੱਕ ਵਾਰ ਫੇਰ ਜਨਮ ਲੈਣ ਦੀ ਸੀ। ਮਨੁੱਖ ਕੀ ਚਾਹੁੰਦਾ ਹੈ, ਇਸ ਬਾਰੇ ਸਮਝਣਾ ਬਹੁਤ ਮੁਸ਼ਕਲ ਹੈ। ਕੁਦਰਤ ਦੇ ਖੇਲ। ਮੇਰੇ ਇੱਕ ਪੋਤਰੇ ਦਾ ਮੁਹਾਂਦਰਾ ਉਹਨਾਂ ਨਾਲ ਮਿਲਦਾ ਹੈ, ਪਰ ਕੱਦ ਉਹਨਾਂ ਨਾਲੋਂ ਉੱਚਾ ਹੈ। ਪਿਤਾ ਜੀ ਮੰਜੇ ਤੇ ਪਏ ਸਨ ਤਾਂ ਫਿਰ ਵੀ ਮੈਨੂੰ ਹੌਸਲਾ ਸੀ ਕਿ ਮੇਰੀ ਕੰਧ ਉੱਤੇ ਕੋਈ ਹੈ। ਉਹਨਾਂ ਦੇ ਸਵਾਸ ਪੂਰੇ ਹੋਣ ਨਾਲ ਮੇਰੇ ਵਾਸਤੇ 4 ਚੁਫੇਰੇ ਹਨੇਰਾ ਛਾ ਗਿਆ। ਉਸ ਵੇਲੇ ਪਹਿਰ ਕੋ ਰਾਤ ਰਹਿੰਦੀ ਸੀ। ਉਸੇ ਵੇਲੇ ਵੱਡੀ ਭੈਣ, ਜੋ ਵੱਡੀ ਤੋਂ ਦੂਸਰੇ ਥਾਂ ਸੀ, ਨੂੰ ਲਾਗੀ ਭੇਜ ਦਿੱਤਾ ਗਿਆ। ਸੂਰਜ ਚੜ੍ਹਦੇ ਤੱਕ ਉਹ ਆ ਗਈ। ਪਿਤਾ ਜੀ ਦਾ ਅੰਤਮ ਇਸ਼ਨਾਨ ਕਰਾ ਕੇ ਅਸੀਂ ਅਰਥੀ ਚੁੱਕਣ ਦੀ ਤਿਆਰੀ ਵਿੱਚ ਸਾਂ ਜਾਂ ਵਿਰੋਧੀ ਸ਼ਰੀਕਾਂ ਵੱਲੋਂ ਸੁਨੇਹਾ ਆ ਗਿਆ। ਉਸ ਵੇਲੇ ਉਹ 4-5 ਆਦਮੀ ਮੇਰੀ ਨਿਆਈ ਵਾਲੀ ਫਸਲ ਵਿੱਚ ਆਪਣਾ ਮਾਲ ਛੱਡ ਕੇ ਤੇ ਡਾਂਗਾ ਫੜ ਕੇ ਬੈਠੇ ਸਨ। ਉਹਨਾਂ ਵੱਲੋਂ ਵੰਗਾਰ ਸੀ ਕਿ ਜੱਟਾ, ਹਿੰਮਤ ਹੈ ਤਾਂ ਹੁਣ ਆ, ਅੰਦਾਜ਼ਾ ਲਾਓ ਕਿ ਉਸ ਵੇਲੇ ਮੇਰੇ ਮਨ ਤੇ ਕੀ ਗੁਜ਼ਰੀ ਹੋਵੇਗੀ। ਮੈਂ ਪਿਤਾ ਜੀ ਦੀ ਅਰਥੀ ਛੱਡ ਕੇ ਨਹੀਂ ਸਾਂ ਜਾ ਸਕਦਾ, ਤੇ ਜੇ ਜਾਣ ਦੀ ਗਲਤੀ ਕਰਦਾ ਵੀ ਤਾਂ ਉਹਨਾਂ ਦਾ ਟਾਕਰਾ ਕਿਵੇਂ ਕਰ ਸਕਦਾ ਸਾਂ। ਮੈਂ ਬਿਲਕੁਲ ਪੱਥਰ ਹੋ ਗਿਆ, ਜਿਵੇਂ ਮੇਰੀ ਬੁੱਧੀ ਸੋਚਣ ਤੋਂ ਵੀ ਅਸਮਰੱਥ ਹੋ ਗਈ ਸੀ। ਮੈਂ ਸਾਰੀਆਂ ਅੰਤਮ ਰਸਮਾਂ ਤਾਂ ਨਿਭਾਈਆਂ, ਪਰ ਨਾ ਮੇਰੀਆਂ ਅੱਖਾਂ ਵਿੱਚ ਹੰਝੂ ਸਨ ਤੇ ਨਾ ਹੀ ਲੋਕ ਵਿਖਾਵੇ ਵਜੋਂ ਧਾਹ ਮਾਰ ਸਕਿਆ ਸੀ। ਅਜੇ ਵੀ ਮੈਨੂੰ ਉਹ ਦਿਨ ਯਾਦ ਆਉਂਦਾ ਹੈ ਤਾਂ ਪਲ ਦਾ ਪਲ ਸਾਹ ਰੁਕ ਜਾਂਦਾ ਹੈ। ਸਮੇਂ ਦੇ ਰਿਵਾਜ ਅਨੁਸਾਰ 17ਵੀਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਭੋਗ ਪਵਾ ਦਿੱਤਾ। ਸਵੈ ਭਰੋਸਾ। ਉਸ ਜ਼ਮਾਨੇ ਦੇ ਅਨਪੜ੍ਹ ਬਜ਼ੁਰਗ ਵੀ ਕਈ ਅਖਾਣ ਬੜੇ ਅਰਥ ਭਰਪੂਰ ਸੁਣਾਇਆ ਕਰਦੇ ਸਨ। ਉਹਨਾਂ ਬਜ਼ੁਰਗਾਂ ਦੀ ਸੰਗਤ ਵਿੱਚ ਬਹਿ ਕੇ ਮੇਰਾ ਮਨ ਬੜਾ ਖੁਸ਼ ਹੁੰਦਾ ਸੀ। ਮਰਦਾਂ ਅਤੇ ਘੋੜਿਆਂ ਕੰਮ ਪੈਣ ਅਵੱਲੇ। ਦੂਸਰੇ ਬਜ਼ੁਰਗਾਂ ਨੇ ਕੋਲੋਂ ਉਸ ਦੀ ਵਿਆਖਿਆ ਕਰਨੀ ਤੇ ਮਰਦਾਂ ਦਾ ਮਰਦਾਊਪੁਣਾ ਵੀ ਕਿਸੇ ਅਵੱਲੇ ਕੰਮ ਵੇਲੇ ਹੀ ਪਰਖਿਆ ਜਾਂਦਾ ਹੈ ਨਾ।
ਉਹ ਭਾਈ ਸਰੀਰ ਨਹੀਂ ਸਿਰੜ ਕੰਮ ਕਰਦਾ ਏ। ਤੁਹਾਨੂੰ ਹੁਕਮ ਹੋ ਜਾਵੇ ਕਿ ਹਿਮਾਲਿਆ ਪਰਬਤ ਢਾਹ ਕੱਤੋ ਤਾਂ ਕਹੀ ਫੜ ਕੇ ਟੱਕਰ ਪਵੋ, ਇਹ ਨਾ ਸੋਚੋ ਕਿ ਤੁਸੀਂ ਉਹਨੂੰ ਢਾਹ ਨਹੀਂ ਸਕੋਗੇ। ਮੈਂ ਕਿਹਾ ਜੀ, ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ। ਉਹ ਜੀ 100 ਹੱਥ ਰੱਸਾ ਤੇ ਸਿਰੇ ਤੇ ਗੰਢ, ਤਕੜੇ ਹੋ ਕੇ ਭਰੋਸੇ ਨਾਲ ਟੱਕਰ ਪਵੋ। ਫਿਰ ਕਿਹੜਾ ਕੰਮ ਹੈ ਜਿਹੜਾ ਨਾ ਹੋ ਸਕੇ। ਮੇਰੇ ਸਾਹਮਣੇ ਵੀ ਅਜਿਹਾ ਸਮਾਂ ਆ ਗਿਆ। ਪਿਤਾ ਦੇ ਸੁਰਗਵਾਸ ਹੋਣ ਸਮੇਂ ਤੂਫਾਨ ਉੱਠਿਆ ਸੀ। ਮੈਂ ਲਾਚਾਰ ਸਿਰ ਝੁਕਾ ਦਿੱਤਾ ਤੇ ਝੱਖੜ ਉੱਪਰ ਦੀ ਗੁਜ਼ਰ ਗਿਆ, ਪਰ ਕਦੇ ਨਾ ਭੁੱਲਣ ਵਾਲੀ ਯਾਦ ਪਿੱਛੇ ਛੱਡ ਗਿਆ। ਤੀਸਰੇ ਦਿਨ ਤੋਰੀਏ ਦੀ ਰੌਣੀ ਵੱਤਰ ਸੀ। ਜ਼ਿਮੀਂਦਾਰ ਪਹਿਲਾਂ ਜਵਾਰ ਦਾ ਛੱਟਾ ਦੇਣਾ ਸਿੱਖਦਾ ਹੈ। ਦਾਣੇ ਮੋਟੇ ਹੁੰਦੇ ਹਨ ਤੇ ਬੀਜ ਦਾ ਵਜ਼ਨ ਵਧੇਰੇ। ਉਸ ਦੇ ਉਲਟ ਤੋਰੀਏ ਦੇ ਦਾਣੇ ਬਰੀਕ ਤੇ ਬੀਜ ਦਾ ਵਜ਼ਨ ਬਹੁਤ ਥੋੜਾ। ਜੇ ਛੱਟਾ ਦੇਣ ਲੱਗਿਆਂ ਵਿੱਚ ਬਿਆੜਾ ਖਾਲੀ ਥਾਂ ਰਹਿ ਜਾਏ ਤਾਂ ਹਰ ਲੰਘਣ ਵਾਲਾ ਟਕਾ ਕੇ ਗਾਲ ਕੱਢਦਾ ਹੈ। ਉਹ ਮੇਰੇ ਇਮਤਿਹਾਨ ਦਾ ਸਮਾਂ ਸੀ। ਮਾਤਾ ਜੀ ਬੜੇ ਪਰੇਸ਼ਾਨ ਸਨ। ਉਹ ਹੌਕਾ ਭਰ ਕੇ ਕਹਿੰਦੇ, ਹਾਏ ਮੇਰੇ ਮਹਿੰਗੇ ਪੁੱਤਰ ਨੂੰ ਕੀ ਵਕਤ ਪੈ ਗਿਆ। ਫਿਰ ਉਹ ਮੈਨੂੰ ਸਲਾਹ ਦਿੰਦੇ, ਪੁੱਤ ਤੋਰੀਏ ਦਾ ਛੱਟਾ ਦੇਣਾ ਤੇਰੇ ਵੱਸ ਦੀ ਗੱਲ ਨਹੀਂ। ਤੂੰ ਮਿੰਨਤ ਕਰਕੇ ਫਲਾਣੇ ਨੂੰ ਲੈ ਜਾਈਂ, ਕੋਈ ਮਿਹਣਾ ਨਹੀਂ। ਲੋੜ ਪਈ ਤੇ ਕਿਸੇ ਵਡੇਰੇ ਦੀ ਮਿੰਨਤ ਕਰ ਲੈਣ ਵਿੱਚ ਕਾਹਦਾ ਉਲਾਮਾ। ਮਾਂ ਕੋਈ ਚਿੰਤਾ ਨਾ ਕਰੋ, ਗੁਰੂ ਭਲੀ ਕਰੇਗਾ। ਮੈਂ ਐਵੇਂ ਗੋਲ ਮੋਲ ਉੱਤਰ ਦੇ ਛੱਡਦਾ। 2 ਦਿਨ ਮੈਂ ਰਾਤ ਦਿਨੇ ਇੱਕੇ ਗੱਲ ਬਾਰੇ ਸੋਚਦਾ ਰਿਹਾ। ਇਹ 2-4 ਦਿਨਾਂ ਦੀ ਗੱਲ ਨਹੀਂ, ਇਹ ਤਾਂ ਸਾਰੀ ਉਮਰ ਦਾ ਸਵਾਲ ਹੈ। ਰੋਜ਼ ਕਿਹਦੀਆਂ ਮਿੰਨਤਾਂ ਕਰਾਂਗਾ। ਹੌਸਲਾ ਕਰਨਾ ਪਵੇਗਾ, ਦਿਲ ਨਾ ਹਾਰ। ਇਹ ਤੇਰਾ ਪਿਤਾ ਪੁਰਖੀ ਕੀਤਾ ਏ, ਹਰ ਹਾਲ ਕਰਨਾ ਹੀ ਪਵੇਗਾ। ਅਗਲੇਰੇ ਦਿਨ ਮੈਂ ਬੜੇ ਸਵੈ ਭਰੋਸੇ ਨਾਲ ਤੋਰੀਏ ਦਾ ਛੱਟਾ ਦਿੱਤਾ। ਅਣਜਾਣ ਜ਼ਿਮੀਂਦਾਰ ਵਿੱਚ ਰੇਤ ਜਾਂ ਮਿੱਟੀ ਰਲਾ ਲਿਆ ਕਰਦੇ ਹਨ, ਪਰ ਮੈਂ ਇਹ ਆਸਰਾ ਵੀ ਨਾ ਤਕਾਇਆ। ਦੂਰਾ ਛੱਟਾ ਦਿੱਤਾ, ਗੁਰੂ ਨੇ ਪੱਤ ਰੱਖ ਲਈ। ਬੂਹੇ ਅੱਗੇ ਨਿਆਈ ਸੀ। ਤੋਰੀਆ ਵਾਵਾ 4-4 ਉਂਗਲਾਂ ਹੋ ਗਿਆ ਤਾਂ ਮਾਤਾ ਜੀ ਆਪ ਵੇਖਣਗੇ। ਸਾਰੀ ਪੈਲੀ ਵਿੱਚ ਤੋਰੀਆ ਇੱਕ ਸਾਰ ਉੱਗਿਆ ਹੋਇਆ ਸੀ। ਮਾਤਾ ਜੀ ਨੇ ਪੁੱਛਿਆ, ਪੁੱਤ ਕਿਹਨੇ ਦਿੱਤਾ ਸੀ ਛੱਟਾ। ਮਾਂ ਤੁਹਾਡੇ ਲਾਡਲੇ ਪੁੱਤਰ ਨੇ। ਮੈਂ ਰੋਜ਼ ਕਿਹਦੀ ਮਿੰਨਤ ਕਰਿਆ ਕਰਦਾ। ਮਾਤਾ ਜੀ ਨੇ ਘੁੱਟ ਕੇ ਹਿੱਕ ਨਾਲ ਲਾ ਲਿਆ। ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਪੁੱਤ ਤੂੰ ਜਿਹੜੇ ਕੰਮ ਨੂੰ ਹੱਥ ਪਾਵੇਂਗਾ, ਗੁਰੂ ਤੇਰੀ ਸਹਾਇਤਾ ਕਰੇਗਾ। ਮਾਂ ਦੀ ਸੱਚੇ ਦਿਲੋਂ ਅਸੀਸ ਸੀ। ਕਦੇ ਰਾਤ ਬੀਤੇਗੀ ਹੀ। ਠੀਕ ਕਹਿੰਦੇ ਹਨ, ਕਾਲੀਆਂ ਰਾਤਾਂ ਲੰਮੀਆਂ ਵੀ ਹੁੰਦੀਆਂ ਹਨ ਤੇ ਡਰਾਉਣੀਆਂ ਵੀ, ਪਰ ਅੰਤ ਹਰ ਰਾਤ ਦੀ ਸਵੇਰ ਹੁੰਦੀ ਹੈ। ਇਸੇ ਆਸ ਉੱਤੇ ਜ਼ਿੰਦਗੀ ਨੂੰ ਧੱਕਾ ਦਿੱਤੀ ਜਾ ਰਿਹਾ ਸੀ। ਸੱਚੀ ਪੁੱਛਦੇ ਹੋ ਤਾਂ ਜਨਮ ਤੋਂ ਲੈ ਕੇ ਹੁਣ ਤੱਕ ਸਹਿਮ ਦੇ ਪਰਛਾਵੇਂ ਮੇਰੇ ਸਿਰ ਤੇ ਛਾਏ ਹੀ ਰਹੇ ਹਨ। ਪਰ 1930 ਤੋਂ ਲੈ ਕੇ 1935 ਤੱਕ ਮੈਂ ਇੱਕ ਰਾਤ ਵੀ ਆਰਾਮ ਤੇ ਬੇਫਿਕਰੀ ਦੀ ਨੀਂਦ ਨਹੀਂ ਸੁੱਤਾ। ਮੇਰੇ ਇੱਕ ਨਾਵਲ ਦਾ ਨਾਇਕ ਸ਼ਾਇਰ ਹੈ। ਉਹ ਆਪਣੇ ਦੁੱਖਾਂ ਬਾਰੇ ਸਹਿੰਦੜ ਹੋ ਚੁੱਕਾ ਹੈ। ਇੱਕ ਸ਼ਿਅਰ ਵਿੱਚ ਉਹ ਆਪਣੇ ਦਿਲ ਦੀ ਕਹਿੰਦਾ ਹੈ, ਵਿਗਾੜੇਗੀ ਕੀ ਅੱਗ ਦੋਜ਼ਖ ਦੀ ਮੇਰਾ, ਕਦੋਂ ਸੁੱਖ ਬਹਿਸ਼ਤਾਂ ਦੇ ਆਸ਼ਿਕ ਨੇ ਮਾਣੇ। ਸੱਚਮੁੱਚ ਹੀ ਇਹ ਮੇਰੀ ਜ਼ਿੰਦਗੀ ਦਾ ਤਜਰਬਾ ਸੀ। ਮੈਂ ਟੁੱਟ ਤਾਂ ਗਿਆ ਪਰ ਹੌਸਲਾ ਨਹੀਂ ਹਾਰਿਆ। ਮੈਂ ਵਾਹੀ ਦਾ ਕੰਮ ਹੱਥੀਂ ਕਰਦਾ। ਮੇਰੀਆਂ ਕਵਿਤਾਵਾਂ ਤੇ ਕਹਾਣੀਆਂ ਮਾਸਿਕ ਪੱਤਰਾਂ ਵਿੱਚ ਛਪਦੀਆਂ। ਉਸ ਪਾਸਿਓਂ ਕੁਝ ਵਾਹ ਵੀ ਮਿਲਦੀ, ਪਰ ਮੇਰੇ ਅਨਪੜ੍ਹ ਵਿਰੋਧੀਆਂ ਨੂੰ ਇਹਨਾਂ ਗੁਣਾਂ ਦੀ ਕੀ ਸਾਰ। ਉਹਨਾਂ ਦਾ ਨਿਸ਼ਾਨਾ ਤਾਂ ਮੈਨੂੰ ਦੁਖੀ ਕਰਨਾ ਸੀ। ਮੇਰੀ ਫੱਬੀ ਖੇਤੀ ਪਛੂ ਛੱਡ ਕੇ ਉਜਾੜ ਦੇਣੀ ਜਾਂ ਰਾਤ ਚੋਰੀ ਵੱਢ ਲੈਣੀ। ਜੋ ਵੀ ਉਹਨਾਂ ਤੋਂ ਪੁੱਜਦਾ ਉਹ ਮੇਰਾ ਨੁਕਸਾਨ ਕਰਨ ਨਾ ਮੁੱਕਦੇ। ਮੇਰਾ ਸੁਭਾਅ ਵਿਹਲੇ ਬਹਿਣ ਦਾ ਨਹੀਂ ਸੀ। ਨਿਚੱਲਾ ਜਾਂ ਨਿਕੰਮਾ ਬੈਠਣਾ ਵਿਧਾਤਾ ਨੇ ਮੇਰੇ ਲੇਖਾਂ ਵਿੱਚ ਲਿਖਿਆ ਹੀ ਨਹੀਂ ਸੀ। ਸੋ ਇੱਕ ਤਾਂ ਮੈਂ ਇਹਨਾਂ ਦਿਨਾਂ ਵਿੱਚ ਆਯੁਰਵੈਦਿਕ ਤੇ ਯੂਨਾਨੀ ਹਕਮਤ ਦੇ ਬਹੁਤ ਸਾਰੇ ਗ੍ਰੰਥ ਪੜ੍ਹੇ। ਝੁਕਾਓ ਵਧੇਰੇ ਆਯੁਰਵੈਦਿਕ ਵੱਲ ਸੀ। ਤੇ ਦੂਸਰਾ ਕੰਮ 1930 ਵਿੱਚ ਮੈਂ ਪੰਜਾਬ ਯੂਨੀਵਰਸਿਟੀ ਦਾ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਮਨੋਰਥ ਇਹ ਸੀ ਕਿ ਇਸ ਤਰ੍ਹਾਂ ਪ੍ਰਾਈਵੇਟ ਅੰਗਰੇਜ਼ੀ ਦਾ BA ਪਾਸ ਕਰ ਲਵਾਂਗਾ, ਫਿਰ ਕੋਈ ਮਾੜੀ ਮੋਟੀ ਨੌਕਰੀ ਪਾ ਲਵਾਂਗਾ। ਇੱਕ ਉਰਦੂ ਦਾ ਮਿਸਰਾ ਹੈ, ਐਬ ਬੇਐਬ ਹੈ ਜਬ ਹੱਦ ਸੇ ਗੁਜ਼ਰ ਜਾਤਾ ਹੈ। ਸੋ ਦੁੱਖ ਵੀ ਹੱਦੋਂ ਵੱਧ ਜਾਣ
ਤਾਂ ਉਹਦੀ ਕਿਰਪਾ ਨਾਲ ਦੁੱਖ ਦਾਰੂ ਬਣ ਜਾਂਦੇ ਹਨ। ਸੋ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆ ਗਿਆ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਇਹ ਵੈਰੀ ਮਿੱਤਰ ਸਭ ਕੀਤੇ ਆ। 1934 ਈਸਵੀ ਦੀ ਗੱਲ ਹੈ। ਮੈਂ ਆਪਣੇ ਨਿਆਈ ਵਾਲੇ ਖੇਤ ਵਿੱਚ ਦਰਖਤਾਂ ਦੀ ਛਾਵੇਂ ਬੈਠਾ ਕੁਝ ਲਿਖ ਰਿਹਾ ਸਾਂ। ਮੇਰੇ 4-5 ਹਾਣੀ ਆਏ, ਜਿਨ੍ਹਾਂ ਮੇਰੇ ਨਾਲ ਗੁਰਦੁਆਰੇ ਗੁਰਮੁਖੀ ਪੜ੍ਹੀ ਸੀ। ਉਹਨਾਂ ਆਉਂਦਿਆਂ ਬੜੇ ਹਮੇ ਨਾਲ ਕਿਹਾ, ਵੇਖ ਭਾਈ, ਅਸਾਂ ਤੈਨੂੰ ਅੱਜ ਵੇਰ ਨਹੀਂ ਦੇਣਾ, ਆਪਣੀ ਗੱਲ ਮਨਾ ਕੇ ਉੱਠਣਾ ਹੈ। ਕਹਿੰਦੇ ਹੋਏ ਉਹ ਦੋਹੀਂ ਪਾਸੀਂ ਮੇਰੇ ਮੰਜੇ ਤੇ ਬੈਠ ਗਏ। ਵੇਰਨਾ ਕਿਹੜੀ ਗੱਲੋਂ ਹੈ, ਹੁਕਮ ਕਰੋ। ਮੈਂ ਐਵੇਂ ਰਸਮੀ ਉੱਤਰ ਦਿੱਤਾ, ਵੇਖ, ਤੂੰ ਸਾਰੇ ਪਿੰਡ ਚੋਂ ਵਧੇਰੇ ਪੜ੍ਹਿਆ ਲਿਖਿਆ ਹੈ, ਸੋ ਤੈਨੂੰ ਸਾਡਾ ਆਗੂ ਬਣਨਾ ਪਵੇਗਾ। ਅਖਾਣ ਹੈ, ਜਿੱਥੇ ਰੁੱਖ ਨਹੀਂ ਉੱਥੇ ਅਰਿੰਡ ਪ੍ਰਧਾਨ ਹੈ। ਮੈਂ ਤਾਂ ਸੁੱਖ ਨਾਲ MSLC ਪਾਸ ਸਾਂ, ਫਿਰ ਗਿਆਨੀ ਪਾਸ, ਨਹੀਂ ਤਾਂ ਹਾਸੇ ਨਾਲ ਤਾਂ ਲੋਕ ਉਹਨੂੰ ਵੀ ਗਿਆਨੀ ਆਖਣ ਲੱਗ ਪੈਂਦੇ ਨੇ, ਜਿਹਦਾ ਬਹੁਤਾ ਖਾ ਖਾ ਕੇ ਪੇਟ ਵਧਿਆ ਹੋਵੇ। ਹੁਕਮ ਕਰੋ। ਮੈਂ ਇਨਕਾਰ ਕਰ ਸਕਦਾ ਹਾਂ। ਮੈਂ ਆਇਆਂ ਦਾ ਮਾਣ ਰੱਖਣ ਵਾਸਤੇ ਕਿਹਾ। ਪਿਛਲੇ ਮਹੀਨੇ ਸਾਡੇ ਪਿੰਡ ਰਾਸਧਾਰੀਏ ਰਹੇ ਸਨ। ਉਹ ਬਿਨਾਂ ਪਰਦੇ ਖੁੱਲੇ ਸਟੇਜ ਉੱਤੇ ਪੂਰਨ ਭਗਤ, ਰਾਜਾ ਹਰੀ ਚੰਦ ਆਦਿ ਨਾਟਕ ਖੇਡਦੇ ਸਨ। ਮੇਰੇ ਸਾਥੀਆਂ ਦੇ ਮਨ ਵਿੱਚ ਵੀ ਉਹ ਸ਼ੌਂਕ ਮਚਲ ਰਿਹਾ ਸੀ, ਨੱਚਣ ਕੁੱਦਣ ਮਨ ਕਾ ਚਾਓ। ਉਹਨਾਂ ਸਾਫ਼ ਸ਼ਬਦਾਂ ਵਿੱਚ ਕਿਹਾ, ਵੇਖ ਭਾਈ, ਸਾਡਾ ਨਿਸ਼ਾਨਾ ਤਾਂ ਦਿਲ ਪਰਚਾਉਣਾ ਹੈ। ਤੂੰ ਨਾਟਕ ਲਿਖ ਤੇ ਸਾਡਾ ਆਗੂ ਬਣ। ਨੱਚਣ ਭੁੜਕਣ ਦੇ ਸਾਰੇ ਕੰਮ ਅਸੀਂ ਕਰਾਂਗੇ। ਆਹੋ, ਮੈਂ ਜਨਮ ਤੋਂ ਹੀ ਧਾਰਮਿਕ ਰੁਚੀਆਂ ਦਾ ਮਾਲਕ ਹਾਂ। ਕਸੂਰ ਗੁਰਪੁਰਬਾਂ ਤੇ ਜਾ ਕੇ ਕਵਿਤਾਵਾਂ ਵੀ ਪੜ੍ਹਨੀਆਂ ਤੇ ਲੈਕਚਰ ਵੀ ਦੇਣੇ। ਮੈਂ ਬੜੇ ਨਰਮ ਸ਼ਬਦਾਂ ਵਿੱਚ ਉੱਤਰ ਦਿੱਤਾ, ਤੁਹਾਡਾ ਕਿਆ ਸਿਰ ਮੱਥੇ, ਪਰ ਮੈਂ ਇਹ ਨਾਟਕ ਚੇਟਕ ਨਹੀਂ ਕਰ ਸਕਦਾ। ਬੁਰਾ ਨਾ ਮਨਾਇਓ, ਮੇਰਾ ਮਨ ਨਹੀਂ ਮੰਨਦਾ। ਫਿਰ ਕਾਫੀ ਚਿਰ ਹੋਰ ਵਿਚਾਰਾਂ ਹੁੰਦੀਆਂ ਰਹੀਆਂ। ਅੰਤ ਇੱਕ ਨੇ ਕਿਹਾ, ਵੇਖੋ ਭਾਈ, ਸਾਡਾ ਨਿਸ਼ਾਨਾ ਤਾਂ 2 ਘੜੀਆਂ ਦਿਲ ਪਰਚਾਉਣਾ ਹੈ। ਆਪਾਂ ਕੀਰਤਨੀ ਜਥਾ ਬਣਾ ਲਈਏ, ਉਸ ਵਿੱਚ ਤਾਂ ਸਾਡਾ ਸਾਥ ਦੇਵੇਂਗਾ ਨਾ। ਇਹ ਕੰਮ ਮੇਰੀਆਂ ਰੁਚੀਆਂ ਅਨੁਸਾਰ ਸੀ। ਮੈਂ ਹਾਮੀ ਭਰ ਦਿੱਤੀ। ਫਿਰ ਇਸ ਗੱਲ ਤੇ ਵਿਚਾਰ ਹੋਣ ਲੱਗੀ ਕਿ ਰਾਗੀ ਜਥਾ ਬਣਾਈਏ ਜਾਂ ਢਾਡੀ ਜਥਾ। ਅੰਤ ਫੈਸਲਾ ਇਹ ਹੋਇਆ ਕਿ ਰਾਗੀ ਜਥੇ ਤੇ ਵਾਜੇ ਜੋੜੀਆਂ ਕੌਣ ਚੁੱਕਿਆ ਕਰੇਗਾ। ਢਾਡੀ ਜਥਾ ਹੀ ਠੀਕ ਹੈ, ਹੌਲਾ ਭਾਰ ਤੇ ਸਾਜ਼ ਦੇ ਮੋਹਰੀ। ਸਿਆਣਿਆਂ ਆਖਿਆ ਏ, ਬਾਜ ਮੁਰਸ਼ਿਦਾਂ ਰਾਹ ਨਹੀਂ ਹੱਥ ਆਉਂਦੇ। ਸੋ ਇਸ ਕੰਮ ਦਾ ਕੋਈ ਉਸਤਾਦ ਭਾਲਣਾ ਚਾਹੀਦਾ ਹੈ। ਇਹ ਜ਼ਿੰਮੇਵਾਰੀ ਸਾਡੇ ਗ੍ਰੰਥੀ ਸਾਹਿਬ ਨੇ ਲੈ ਲਈ। ਉਹ ਵੀ ਸਾਡਾ ਹਾਣੀ ਹੀ ਸੀ। ਸਾਡੇ ਜੱਦੀ ਪਿੰਡ ਕਾਦੀਵਿੰਡ ਹੁਣ ਪਾਕਿਸਤਾਨ ਵਿੱਚ ਤੋਂ ਕੋਈ 7-8 ਮੀਲ ਦੂਰ ਇੱਕ ਕਾਫੀ ਵੱਡਾ ਨਗਰ ਲਲਿਆਣੀ ਸੀ। ਗ੍ਰੰਥੀ ਸਾਹਿਬ ਉੱਥੋਂ ਇੱਕ ਬਜ਼ੁਰਗ ਸ਼ੇਖ ਭਰਾਈ ਬਾਬਾ ਚਿਰਾਗ ਦੀਨ ਨੂੰ ਲੈ ਆਏ। ਉਹ ਬੜੇ ਚੰਗੇ ਸੁਭਾਅ ਦੇ ਮਾਲਕ ਸਨ। ਉਹ ਆਪਣੇ ਕਸਬ ਦੇ ਉਸਤਾਦ ਸਨ। ਢਾਡੀ ਪੁਣਾ ਉਹਨਾਂ ਦਾ ਪਿਤਾ ਪੁਰਖੀ ਕਿੱਤਾ ਸੀ। ਉਹ ਸਾਲ ਭਰ ਸਾਡੇ ਕੋਲ ਰਹੇ। ਸਾਨੂੰ ਉਹਨਾਂ ਢੱਡਾਂ ਵਜਾਉਣੀਆਂ ਤੇ ਢਾਡੀਆਂ ਦੀਆਂ ਪੁਰਾਣੀਆਂ ਕਲਾਸੀਕਲ ਟਿਊਨਾਂ ਸਿਖਾਈਆਂ। ਕਈ ਵਾਰ ਉਹਨਾਂ ਮਾਣ ਨਾਲ ਕਹਿਣਾ, ਉਹ ਸਰਦਾਰੋ, 50 ਢਾਡੀ ਬੈਠੇ ਹੋਣ, ਕੋਈ ਇਹ ਨਹੀਂ ਕਹਿ ਸਕੇਗਾ ਕਿ ਤੁਹਾਨੂੰ ਪੂਰਨ, ਰਸਾਲੂ, ਸੱਸੀ, ਰਠੌੜ ਜਾਂ ਕਲੀ ਗਾਉਣੀ ਨਹੀਂ ਆਉਂਦੀ। ਹਾਂ, ਜਿੰਨੀ ਮਿਹਨਤ ਕਰੋਗੇ ਉਨਾ ਹੀ ਨਾਮ ਪੈਦਾ ਕਰ ਸਕੋਗੇ। ਸਿਖਲਾਈ ਸਾਡੀ ਬੈਠਕ ਵਿੱਚ ਹੁੰਦੀ ਸੀ। ਅੱਧੀ ਰਾਤ ਤੱਕ ਅਸਾਂ ਮਿਹਨਤ ਕਰਦੇ ਰਹਿਣਾ। ਮਹੀਨਾ ਕੁ ਬੀਤ ਗਿਆ ਤਾਂ ਬਾਬੇ ਚਿਰਾਗ ਦੀਨ ਨੇ ਕਿਹਾ, ਹੁਣ ਭਾਈ ਸਟੇਜ ਤੇ ਖਲੋਣਾ ਸਿੱਖੋ। ਤੇ ਸਾਡੀ ਪਹਿਲੀ ਸਟੇਜ ਸੀ ਪਿੰਡ ਦਾ ਗੁਰਦੁਆਰਾ। ਪਿਛਲੇ ਪੈਰ ਅਸਾਂ ਸਾਜ਼ ਲੈ ਕੇ ਤਖਤ ਪੋਸ਼ ਤੇ ਖਲੋ ਜਾਣਾ। ਨਗਰ ਦੇ ਕੋਈ ਸੱਜਣਾ ਨੇ ਸੁਣਨ ਵਾਸਤੇ ਆ ਬੈਠਣਾ। ਮੈਂ ਮਹਿਸੂਸ ਕੀਤਾ ਕਿ ਪਿੰਡ ਦੇ ਲੋਕਾਂ ਦੀ ਮੇਰੇ ਵਿੱਚ ਕੁਝ ਰੁਚੀ ਪੈਦਾ ਹੋ ਰਹੀ। ਸਭ ਤੋਂ ਪਹਿਲਾ ਕੰਮ ਮੈਂ ਇਹ ਕੀਤਾ ਕਿ ਵਾਰਾਂ ਆਪ ਲਿਖਣੀਆਂ ਸ਼ੁਰੂ ਕੀਤੀਆਂ। ਪਿੰਡੋਂ ਬਾਹਰ ਸਾਡੀ ਪਹਿਲੀ ਸਟੇਜ ਸੀ ਕਸੂਰ। ਬਾਬਾ ਚਿਰਾਗ ਦੀਨ ਜੀ ਸਾਡੇ ਨਾਲ ਸਾਲ ਭਰ ਰਹੇ। ਫਿਰ ਇੱਕ ਸਿੱਖ ਸਰੰਗੀ ਵਾਲਾ ਸਰਦਾਰ ਸੁਰਜਣ ਸਿੰਘ ਆ ਗਿਆ। ਪਰ ਬਾਬਾ ਚਿਰਾਗ ਦੀਨ ਜੀ ਦਾ ਆਦਰ ਮਾਣ ਅਸੀਂ ਦੇਸ਼ ਦੇ ਬਟਵਾਰੇ ਤੱਕ ਕਰਦੇ ਰਹੇ। ਹਰ ਸਿਆਲ ਉਸਨੇ ਆ ਜਾਣਾ ਤੇ ਬੜੇ ਹਮੇ ਨਾਲ ਕਹਿਣਾ, ਸਰਦਾਰੋ, ਦਾਣੇ ਮੁੱਕ ਗਏ ਨੇ। ਅਸਾਂ ਸਾਰਿਆਂ ਉਹਨਾਂ ਦਾ ਪੂਰਾ ਆਦਰ ਮਾਣ ਕਰਨਾ ਤੇ ਉਹਨਾਂ ਦੀ ਇੱਛਾ ਮੁਤਾਬਕ ਉਹਨਾਂ ਦੀ ਸੇਵਾ ਕਰ ਦੇਣੀ। 1939 ਈਸਵੀ ਦਾ 27 ਵਿਸਾਖ ਦਾ ਦਿਨ ਮੇਰੇ ਵਾਸਤੇ ਜ਼ਿੰਦਗੀ ਦਾ ਸਭ ਤੋਂ ਸ਼ੁਭ ਦਿਹਾੜਾ ਸਾਬਤ ਹੋਇਆ। ਸਾਡੇ ਪਿੰਡ ਤੋਂ 10-12 ਮੀਲ ਦੂਰ ਪਿੰਡ ਰਤੋਕੇ ਵਿੱਚ ਬਾਬਾ ਵੀਰ ਸਿੰਘ ਜੀ ਨਰੰਗੇ ਬਾਦੀਆ ਦਾ ਗੁਰਦੁਆਰਾ ਹੈ।
27 ਵਿਸਾਖ ਨੂੰ ਹਰ ਸਾਲ ਉੱਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ। ਸਿੱਖ ਰਾਜ ਕਿਵੇਂ ਗਿਆ ਦਾ ਪਹਿਲਾ ਭਾਗ ਮੈਂ ਲਿਖਿਆ ਤੇ ਅਸਾਂ ਸਾਰਿਆਂ ਯਾਦ ਕੀਤੀ। ਸਾਡੇ ਪਿੰਡੋਂ 10-12 ਸਿੰਘ ਸਾਨੂੰ ਸੁਣਨ ਵਾਸਤੇ ਸਾਡੇ ਨਾਲ ਤਿਆਰ ਹੋ ਗਏ। ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ। ਘਰੇ ਤਾਂ ਰੋਜ਼ ਢੱਡਾਂ ਪਿੱਟਦੇ ਹੀ ਰਹਿੰਦੇ ਹੋ ਨਾ, ਉੱਥੇ ਪੁਰਾਣੇ ਪਹਿਲਵਾਨਾਂ ਸਾਹਮਣੇ ਵੇਖੀ ਜਾਵੇਗੀ। ਖੁਸ਼ੀਆਂ ਦੇ ਪੰਧ ਨੇੜੇ ਹੱਸਦੇ ਖੇਡਦੇ ਅਸੀਂ ਮੇਲੇ ਵਿੱਚ ਜਾ ਪੁੱਜੇ। ਸੰਗਤਾਂ ਦੀ ਹਾਜ਼ਰੀ 20,000 ਤੋਂ ਕੁਝ ਵੱਧ ਹੀ ਹੋਵੇਗੀ। ਸਾਥੋਂ ਪਹਿਲਾਂ 2 ਚੋਟੀ ਦੀਆਂ ਜਥਿਆਂ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, ਜੀ ਅਸਾਂ ਟਾਈਮ ਕਿੰਨਾ ਲਾਉਣਾ ਹੈ? ਉਹਨਾਂ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, ਸ਼ੁਰੂ ਕਰੋ ਮੁੰਡਿਆ, ਸੌਦਾ ਵਿਕਦਾ ਵੇਖ ਕੇ ਸੋਚਾਂਗਾ। ਗੁਰੂ ਦੀ ਓਟ ਰੱਖ ਕੇ ਅਸਾਂ ਬੜੇ ਸਵੈ ਭਰੋਸੇ ਨਾਲ ਸ਼ੁਰੂ ਕੀਤਾ। ਮੰਗਲਾਚਰਨ ਤੋਂ ਬਾਅਦ ਮੈਂ ਸ਼ੇਰੇ ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ। ਭਗਵਾਨ ਰਾਮਚੰਦਰ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਸਜਰਾ ਲਿਆ ਮਿਲਾਇਆ। ਫਿਰ ਸ਼ੇਰੇ ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿੱਛੋਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ, ਡੋਗਰਿਆਂ ਦੀ ਗਦਾਰੀ ਤੇ ਅੰਤ ਭਾਈ ਵੀਰ ਸਿੰਘ ਦੀ ਸ਼ਹੀਦੀ ਤੇ ਲਿਆ ਕੇ ਖਤਮ ਕੀਤਾ। ਨਾ ਸਾਨੂੰ ਕਿਸੇ ਹਟਾਇਆ ਤੇ ਨਾ ਅਸਾਂ ਹਿੰਮਤ ਹਾਰੀ। 3.5 ਘੰਟੇ ਪਿੱਛੋਂ ਅਸਾਂ ਆਪ ਫਤਿਹ ਬੁਲਾਈ। ਸਰੋਤਿਆਂ ਵਾਸਤੇ ਇਹ ਦਿਲ ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਮੈਂ ਵੇਖ ਰਿਹਾ ਸਾਂ ਕਿ ਕੋਈ ਵੀ ਅੱਖ ਸੁੱਕੀ ਨਹੀਂ ਸੀ, ਸਭ ਰੋ ਰਹੇ ਸਨ। ਸਟੇਜ ਉੱਤੇ ਸੱਜੇ ਹੱਥ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੈਠੇ ਸਨ। ਉਹ ਵੀ ਰੋ ਰਹੇ ਸਨ। ਉਹਨਾਂ ਇਸ਼ਾਰਾ ਕਰਕੇ ਮੈਨੂੰ ਆਪਣੇ ਕੋਲ ਬੁਲਾ ਲਿਆ। ਮੈਂ ਆਦਰ ਨਾਲ ਹੱਥ ਜੋੜ ਕੇ ਉਹਨਾਂ ਦੇ ਨੇੜੇ ਜਾ ਬੈਠਾ। ਨਾ ਪਤਾ ਪੁੱਛਣ ਪਿੱਛੋਂ ਉਹਨਾਂ ਹੁਕਮ ਕੀਤਾ, ਤੂੰ ਅੱਜ ਨਹੀਂ ਜਾਣਾ। ਮੈਂ ਭੜ ਕੇ ਫੇਰ ਤੈਥੋਂ ਇਹ ਵਾਰ ਸੁਣਨੀ ਹੈ। ਨਾਲ ਹੀ ਉਹਨਾਂ ਆਪਣੇ ਇੱਕ ਸੇਵਕ ਨੂੰ ਹੁਕਮ ਕਰ ਦਿੱਤਾ ਕਿ ਉਹ ਸਾਡੇ ਖਾਣ ਪੀਣ ਦਾ ਤੇ ਰਿਹਾਇਸ਼ ਦਾ ਪ੍ਰਬੰਧ ਕਰ ਦੇਵੇ। ਦੀਵਾਨ ਸਮਾਪਤ ਹੋ ਗਿਆ। ਅਸੀਂ ਸਾਰੇ ਆਪਣੇ ਨਗਰ ਨਿਵਾਸੀਆਂ ਕੋਲ ਜਾ ਪਹੁੰਚੇ। ਡੁਰਲੀ ਜਥੇ ਦਾ ਲੀਡਰ ਸੀ ਸਰਦਾਰ ਬਿਸ਼ਨ ਸਿੰਘ। 6 ਫੁੱਟ ਉੱਚਾ ਲੰਮਾ ਜਵਾਨ, 2 ਆਦਮੀਆਂ ਦਾ ਇਕੱਲਾ ਟਾਕਰਾ ਕਰਨ ਜੋਗਾ। ਚੋਰੀ ਡਾਕੇ ਕਤਲ ਵਿੱਚ ਕਈ ਵਾਰ ਕੈਦ ਕੱਟ ਚੁੱਕਾ ਸੀ। ਸਮੇਂ ਦੀ ਪੁਲਿਸ ਤੋਂ ਆਕੀ। ਘਰਾਂ ਵਿੱਚੋਂ ਉਹ ਦੂਰ ਨੇੜਿਓਂ ਮੇਰਾ ਚਾਚਾ ਲੱਗਦਾ ਸੀ। ਉਹਨੇ ਮੈਨੂੰ ਜੱਫੀ ਵਿੱਚ ਲੈ ਕੇ ਚੁੱਕ ਲਿਆ। ਫਿਰ ਬੜੇ ਰੋਬ ਨਾਲ ਬੋਲਿਆ, ਮੈਂ ਤੇਰਾ ਕੀ ਲੱਗਦਾ ਆਂ ਓਏ? ਚਾਚਾ, ਮੈਂ ਅੱਗੋਂ ਉਸੇ ਸੁਰ ਵਿੱਚ ਹੱਸਦਿਆਂ ਕਿਹਾ, ਸੁਣ ਲੈ, ਫਿਰ ਤੇਰਾ ਸਾਰਾ ਉਜਾੜਾ ਮੈਂ ਕਰਾਉਂਦਾ ਸਾਂ ਤੇ ਕਰਾਉਂਦਾ ਸੀ ਤੇਰੇ ਚਾਚੇ ਦੇ ਆਖੇ। ਜਾ, ਅੱਜ ਤੋਂ ਸਭ ਮਾਫ। ਤਕੜਾ ਹੋ ਕੇ ਪਿੰਡ ਦਾ ਨਾਮ ਉੱਚਾ ਕਰ। ਜੇ ਤੇਰੀ ਵੱਟ ਉਤੋਂ ਦੀ ਵੀ ਕੋਈ ਲੰਘ ਗਿਆ ਤਾਂ ਮੇਰਾ ਨਾਮ ਬਿਸ਼ਨ ਸਿਉ ਨਾ ਸੱਦੀ। ਬਸ ਉਹ ਮੇਰੀਆਂ ਮੁਸੀਬਤਾਂ ਦਾ ਆਖਰੀ ਦਿਨ ਸੀ। ਮੈਂ ਗੁਰੂ ਮਹਾਰਾਜ ਅੱਗੇ ਸਿਰ ਝੁਕਾ ਕੇ ਮਨ ਹੀ ਮਨ ਵਿੱਚ ਕਿਹਾ, ਇਹ ਵੈਰੀ ਮਿੱਤਰ ਸਭ ਕੀਤਿਆ, ਨਹਿ ਮੰਗੇ ਮੰਦਾ। ਅਭੁੱਲ ਜਾਦਾਂ ਭਾਗ 5ਵਾਂ। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।